ਸੋ ਕੇਂਦਰ ਸਰਕਾਰ ਦੇ ਵੱਲੋਂ ਲਾਗੂ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਜੋ ਪ੍ਰਦਰਸ਼ਨ ਜਾਰੀ ਹੈ। 8 ਮਹੀਨੇ ਹੋ ਚੁੱਕੇ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਤੇ ਇਸੇ ਤਰ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਸਦ ਦਾ ਮਾਰਚ ਕਰਨਾ ਸੀ। ਇਸ ਨੂੰ ਲੈ ਕੇ 200 ਕਿਸਾਨਾਂ ਦਾ ਜਥਾ ਜੰਤਰ ਮੰਤਰ ਪਹੁੰਚਿਆ। ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਵੀ ਇਕੱਠੇ ਹੋਏ ਸੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਉਹਨਾਂ ਨੂੰ ਪੁਲਿਸ ਨੇ ਰੋਕ ਦਿੱਤਾ ਉੱਥੇ ਹੀ ਰੁਕ ਜਾਣਗੇ ਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਤੇ ਇਸ ਮੌਕੇ ਬੱਸਾਂ ਦੇ ਵਿੱਚ ਕਿਸਾਨ ਉੱਥੇ ਪਹੁੰਚੇ, ਹਾਜ਼ਰ ਹੋਏ ਤੇ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇੱਥੋਂ ਤੱਕ ਕਿ ਕਿਸਾਨਾਂ ਨੇ ਉੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਹ ਗੱਲ ਤਾਂ ਜ਼ਾਹਿਰ ਹੀ ਹੈ ਕਿ ਜਿੱਥੇ ਕਿਸਾਨ ਜਾਂਦੇ ਨੇ ਤਾਂ ਲੰਗਰ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ। ਸੋ ਇਸੇ ਤਰ੍ਹਾਂ ਹੀ ਅੱਜ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਵੀ ਕਿਸਾਨਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕੀਤਾ। ਕਿਸਾਨਾਂ ਦਾ ਇਕਜੁੱਟ ਜੋ ਹੈ ਇਹ ਸਾਫ਼ ਜ਼ਾਹਰ ਕਰ ਰਿਹਾ ਹੈ ਕਿ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਦੇ ਵਿੱਚ ਅੰਦੋਲਨ ਨੂੰ ਤੇਜ਼ ਕਰ ਰਹੇ ਨੇ ਤੇ 200 ਕਿਸਾਨਾਂ ਦਾ ਜਥਾ ਉੱਥੇ ਪਹੁੰਚਿਆ ਤੇ ਖਾਸ ਤੌਰ ਤੇ ਕਿਸਾਨਾਂ ਦੇ ਲਈ ਲੰਗਰ ਦਾ ਪ੍ਰਬੰਧ ਜੋ ਹੈ ਉੱਥੇ ਕੀਤਾ ਗਿਆ ਤੇ ਕਿਸਾਨਾਂ ਨੂੰ ਇੱਕ ਕਾਰਡ ਦਿੱਤਾ ਗਿਆ ਸੀ ਜੋ ਕਿਸਾਨਾਂ ਨੇ ਕਾਰਡ ਬਣਾ ਕੇ ਆਈਡੀ ਬਣਾ ਕੇ ਉਸ ਦੇ ਆਧਾਰ ਤੇ ਉੱਥੇ ਪਹੁੰਚੇ ਨੇ ਤੇ 200 ਕਿਸਾਨਾਂ ਦਾ ਜਥਾ ਪਹੁੰਚਿਆ, ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਟੀਵੀ ਸਕਰੀਨ ਤੇ ਕਿ ਕਿਸਾਨ ਜੋ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਖਾਸ ਤੌਰ ਤੇ ਕਿਸਾਨਾਂ ਨੂੰ ਲੰਗਰ ਦਾ ਪ੍ਰਬੰਧ ਉੱਥੇ ਕੀਤਾ ਗਿਆ ਕਿਸਾਨਾਂ ਦੇ ਵੱਲੋਂ। 8 ਮਹੀਨੇ ਹੋ ਚੁੱਕੇ ਨੇ ਦਿੱਲੀ ਦੇ ਬਾਰਡਰਾਂ ਤੇ ਉੱਥੇ ਵੀ ਕਿਸਾਨਾਂ ਨੇ ਲਗਾਤਾਰ ਜੋ ਹੈ ਲੰਗਰ ਚलाया। सो इसे तरह ही आज के प्रदर्शन के भी किसान हाजिर रहे। जो हमने संसद चलाई है उसके बाद अगली संसद का भी कल दौर चलेगा। 3 दौर बता रहे हैं अभी। 3 दौर में हम 6 में से 2-2 करके एक डिप्टी स्पीकर एक स्पीकर बनेंगे और आगे जो बात चल रही है एपीएमसी मंडी का, उसके ऊपर जो ओपन मंडी बनाई है उसके ऊपर बातचीत चली है। पर उसके पहले हमने जो हमारे शहीद हुए थे उन्हों को नमन करने के लिए 2 मिनट का मौन रखा था। फिर हमारा सेकंड जो रेवोल्यूशन था आपके लिए जो रखा हुआ था भी, मीडिया को हमारे से दूर क्यों रखा था। यहाँ ऐसे लग रहा था मीडिया अपने कैद में है और हम अपने कैद में हैं, अलग अलग बैठे थे। उसका रेवोल्यूशन रखा गया। अभी मीडिया को आजाद होना चाहिए, जैसे हम मानते हैं कि 4th पिलर है मीडिया, उसकी आजादी के लिए रेवोल्यूशन रखा और वो रेवोल्यूशन हमारा 8 महीने से हम बैठे हैं और देश में एक गोदी मीडिया ने खबर चला दी कि आंदोलन समाप्त हो गया है। हम जिंदा हैं। 600 किसानों की शहादत दे चुके हैं। 40 मजदूर विरोधी कानून मोदी जी ने एक ही सत्र में पास किए। 42 किसान विरोधी कानून इन 7 सालों के कार्यकाल में पास किए हैं। इन सब पर भी हमारी संसद में चर्चा होगी। ये बताना चाहते हैं किसान के खिलाफ जो कानून बनाए हैं आपने, जो ऑर्डिनेंस पास किए हैं, उस पर किसान वाकिफ है, चाहे वो लैंड बिल हो, चाहे वो तमाम गन्ने का मामला हो, उस पर भी हमारी चर्चा होगी। आप लोगों के साथ जो व्यवहार हुआ वो आप जानते हैं और हम लोगों ने बहुत दबाव बनाया, उसकी वजह से आपके साथ हमारी आज वार्तालाप हो रही है। अदरवाइज ये मैसेज भी भेजने में हम लोग नाकामयाब होते कि आपके बगैर सहयोग के संदेश कैसे जाता। तो ये तमाम चीजें हुई हैं, जैसा कि हमारे साथियों ने बताया है कि इन सभी बिंदुओं पर कि ये तय कर देंगे संसद में कि ये सरकार मौजूदा है, नरेंद्र मोदी। साधारण सवालों का जवाब देना चाहता हूं जो आप सबके मन में होगा। यहां आने का मकसद क्या है और इससे हासिल क्या होगा। आने का मकसद है हमसे 8 महीने से जो सवाल पूछा जा रहा है, जो दुष्प्रचार हो रहा है कि पता नहीं किसान किस बात पे नाराज है, हमें तो बताते ही नहीं, बस कहते हैं कि रद्द कर दो, रद्द कर दो। क्यों नाराज है हमें। ਸੋ ਇਸੇ ਮੁੱਦੇ ਤੇ ਜੇ ਗਰਾਊਂਡ ਜ਼ੀਰੋ ਦਾ ਰੁਖ ਕਰ ਲਈਏ ਤਾਂ ਸਾਡੇ ਨਾਲ ਸਹਿਯੋਗੀ ਕੁਲਦੀਪ ਸਿੰਘ ਜੁੜ ਚੁੱਕੇ ਨੇ। ਕੁਲਦੀਪ, ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅੱਜ ਵੀ ਦਿੱਲੀ ਦੇ ਵਿੱਚ ਜੋ ਕਿਸਾਨ ਨੇ 6 ਮਹੀਨੇ ਬਾਅਦ ਦਾਖਲ ਹੋਏ ਨੇ ਸੰਸਦ ਦੇ ਬਾਹਰ, ਸੋ ਇਸ ਨੂੰ ਲੈ ਕੇ ਵਿਸਤਾਰ ਰੂਪ ਦੇ ਵਿੱਚ ਥੋੜੀ ਜਾਣਕਾਰੀ ਦਿਓ। ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਪਿਛਲੇ 8 ਮਹੀਨੇ ਤੋਂ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਡਟੇ ਹੋਏ ਸੀਗੇ। ਕਿਸਾਨਾਂ ਦੁਆਰਾ ਲਗਾਤਾਰ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਸਰਕਾਰ ਬਾਰ-ਬਾਰ ਗੱਲ ਕਰਨ ਦੀ ਗੱਲ ਕਰਦੀ ਆ ਵੀ ਅਸੀਂ ਗੱਲਬਾਤ ਲਈ ਤਿਆਰ ਆ, ਪਰ ਨਾਲ ਹੀ ਸਰਕਾਰ ਦੁਆਰਾ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਤੁਸੀਂ ਖੇਤੀ ਕਾਨੂੰਨ ਰੱਦ ਕਰਨ ਨੂੰ ਛੱਡ ਕੇ ਹੋਰ ਸਾਡੇ ਨਾਲ ਸੋਧ ਦੀ ਗੱਲ ਕਰ ਸਕਦੇ ਹੋ। ਇਸ ਕਰਕੇ ਕਿਸਾਨਾਂ ਦੁਆਰਾ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਕਾਨੂੰਨਾਂ ਬਾਰੇ ਰੱਦ ਕਰਨ ਬਾਰੇ ਗੱਲ ਹੀ ਨਹੀਂ ਕਰਨੀ ਤਾਂ ਤੁਸੀਂ ਸਾਡੇ ਨਾਲ ਸ਼ਰਤਾਂ ਰੱਖ ਕੇ ਕਿਉਂ ਗੱਲ ਕਰਨ ਵਾਸਤੇ ਸਾਨੂੰ ਸੱਦਾ ਦਿੰਦੇ ਹੋ। ਇਸ ਕਰਕੇ ਕਿਸਾਨ ਇਹ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਆ ਕਿ ਸਾਨੂੰ ਬਿਨਾਂ ਸ਼ਰਤਾਂ ਤੋਂ ਸਰਕਾਰ ਗੱਲਬਾਤ ਕਰਨ ਲਈ ਸੱਦਾ ਪੱਤਰ ਭੇਜੇ।
ਉਸ ਤੋਂ ਬਾਅਦ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੁਆਰਾ ਲਗਾਤਾਰ ਹੀ ਜਿਸ ਤਰੀਕੇ ਨਾਲ ਅੰਦੋਲਨ ਚਲਾਇਆ ਜਾ ਰਿਹਾ ਸੀ, ਜਿਹੜਾ ਬਾਰਡਰਾਂ ਦੇ ਉੱਪਰ ਪਿਛਲੇ 8 ਮਹੀਨੇ ਤੋਂ ਕਿਸਾਨ ਲਗਾਤਾਰ ਬੈਠੇ ਸੀਗੇ, ਕਰੋਨਾ ਦਾ ਕਰਕੇ ਜਾਂ ਫਸਲਾਂ ਦੀ ਬਿਜਾਈ ਦਾ ਕਰਕੇ ਜਾਂ ਖੇਤਾਂ ਦੇ ਵਿੱਚ ਆਪਣੇ ਕੰਮਕਾਰਾਂ ਕਰਕੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਆ ਗਏ ਸੀ। ਕਿਸਾਨ ਨੇਤਾਵਾਂ ਦੁਆਰਾ ਵੀ ਅੰਦੋਲਨ ਕਿਤੇ ਨਾ ਕਿਤੇ ਮੱਠਾ ਪਾ ਦਿੱਤਾ ਗਿਆ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਕਰੋਨਾ ਦੇ ਦੌਰਾਨ ਜਾਂ ਸਰਕਾਰ ਦੁਆਰਾ ਜਿਹੜੀਆਂ ਹਦਾਇਤਾਂ ਬਣਾਈਆਂ ਗਈਆਂ ਨੇ ਜਾਂ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੰਦੋਲਨ ਤੇ ਸਵਾਲ ਚੱਕਣ ਦਾ ਮੌਕਾ ਮਿਲ ਜਾਵੇ। ਇਸ ਕਰਕੇ ਕਿਸਾਨਾਂ ਨੇ ਅੰਦੋਲਨ ਨੂੰ ਇੱਕ ਪਲ ਲਈ ਥੋੜਾ ਸ਼ਾਂਤ ਕਰ ਦਿੱਤਾ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਸਾਥੀ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਸੀ ਜਾਂ ਵੱਖ-ਵੱਖ ਆਪਣੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਬੈਠੇ ਸੀ, ਉਹਨਾਂ ਨੂੰ ਸੱਦੇ ਪੱਤਰ ਭੇਜਣੇ ਬੰਦ ਕਰ ਦਿੱਤੇ ਸੀ। ਪਰ ਜਿਵੇਂ ਹੀ ਕਰੋਨਾ ਦਾ ਕਹਿਰ ਘੱਟ ਹੋਇਆ, ਲੱਗਿਆ ਕਿ ਦੇਸ਼ ਦੇ ਵਿੱਚ ਕਰੋਨਾ ਨੂੰ ਠੱਲ ਪੈ ਗਈ ਹੈਗੀ, ਕਰੋਨਾ ਜਿਹੜਾ ਥੰਮ ਗਿਆ ਗਾ, ਇਸ ਕਰਕੇ ਦੁਬਾਰਾ ਜਿਹੜੇ ਕਿਸਾਨਾਂ ਦੁਆਰਾ ਕਿਸਾਨ ਆਗੂਆਂ ਦੁਆਰਾ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਕਸਬਿਆਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰਕੇ ਜੱਥੇ ਤੁਸੀਂ ਦੇਖਦੇ ਹੋਗੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਜਿਹੜਾ ਲਗਾਤਾਰ ਹਰਿਆਣੇ ਤੋਂ ਯੂਪੀ ਤੋਂ ਜਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਜੱਥੇ ਵਾਪਸ ਜਿਹੜੇ ਬਾਰਡਰਾਂ ਦੇ ਵੱਲ ਚੱਲ ਪਏ ਸੀਗੇ। ਇਸ ਕਰਕੇ ਲੱਗਦਾ ਸੀ ਵੀ ਅੰਦੋਲਨ ਹੁਣ ਜਿਸ ਤਰੀਕੇ ਨਾਲ ਕਰੋਨਾ ਜਿਹੜਾ ਘੱਟ ਹੋਇਆ ਤੇ ਉਸੇ ਤਰੀਕੇ ਨਾਲ ਅੰਦੋਲਨ ਹੁਣ ਤੇਜ਼ ਹੋ ਗਿਆ ਹੈ। ਗੱਲ ਕੀਤੀ ਜਾਵੇ ਰਾਕੇਸ਼ ਟਿਕੈਤ ਦੀ, ਕਿਸਾਨ ਆਗੂ ਜਿਹੜੇ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਨੇ ਤੇ ਅੰਦੋਲਨ ਨੂੰ ਲੀਡ ਵੀ ਕਰ ਰਹੇ ਨੇ, ਉਹਨਾਂ ਦੁਆਰਾ ਵੀ ਬਾਰ-ਬਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਦੁਆਰਾ ਜਿਹੜੇ ਅੰਦੋਲਨ ਜਿਹੜਾ ਇਹ ਸ਼ੁਰੂ ਕੀਤਾ ਗਿਆ ਹੈ, ਇਹ ਸਿਰਫ ਇਹਨੂੰ 8 ਮਹੀਨੇ ਹੀ ਹੋਏ ਨੇ, ਇਹ ਹੋ ਸਕਦਾ ਅੱਗੇ ਕਿੰਨਾ ਕੁ ਲੰਬਾ ਚੱਲੇਗਾ। ਇਸ ਕਰਕੇ ਉਹਨਾਂ ਦੀ ਇਹ ਗੱਲ ਤੋਂ ਲੱਗਦਾ ਸੀ ਵੀ ਕਿਸਾਨ ਅੰਦੋਲਨ ਕਿਤੇ ਨਾ ਕਿਤੇ ਜਿਹੜੇ ਆਗੂ ਚਲਾ ਰਹੇ ਨੇ ਉਹ ਤਿਆਰ ਨੇ, ਇਹਦੇ ਲਈ ਉਹ ਤਿਆਰ ਨੇ ਵੀ ਅਸੀਂ ਸਰਕਾਰ ਲਈ ਚਾਹੇ ਕਿੰਨਾ ਸਮਾਂ ਸਾਡੇ ਨਾਲ ਨਾ ਮੰਨੇ, ਪਰ ਉਹ ਸਰਕਾਰ ਦੇ ਨਾਲ ਟੱਕਰ ਲੈਣ ਲਈ ਜਾਂ ਸਰਕਾਰ ਦੇ ਨਾਲ ਲਗਾਤਾਰ ਕੰਟੀਨਿਊ ਆਪਣਾ ਅੰਦੋਲਨ ਰੱਖਣ ਲਈ ਉਹ ਤਿਆਰ ਨੇ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅੱਜ ਦੀ ਗੱਲ ਕੀਤੀ ਜਾਵੇ ਤਾਂ ਰਾਕੇਸ਼ ਟਿਕੈਤ ਨੇ ਪਹਿਲੀ ਗੱਲ ਕਹਿਤੀ ਸੀ ਜਾਂ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਇਸ ਚੀਜ਼ ਦਾ ਐਲਾਨ ਕੀਤਾ ਸੀ ਕਿ ਜਦੋਂ ਹੀ ਮਾਨਸੂਨ ਸੈਸ਼ਨ ਸਦਨ ਦੇ ਵਿੱਚ ਸ਼ੁਰੂ ਹੋਵੇਗਾ ਕਿਸਾਨ ਉਸ ਦਾ ਵਿਰੋਧ ਕਰਨਗੇ, ਕਿਸਾਨ ਸੰਸਦ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਗੇ। ਉਸ ਦੇ ਨਾਲ ਹੀ ਉਹਨਾਂ ਨੇ ਸਾਰੀਆਂ ਸਾਡੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ, ਜਿਹੜੀਆਂ ਰਾਜਨੀਤਿਕ ਪਾਰਟੀਆਂ ਵਿਰੋਧੀ ਧਿਰ ਦੇ ਵਿੱਚ ਬੈਠੀਆਂ, ਉਹਨਾਂ ਦੇ ਜਿਹੜੇ ਸੰਸਦ ਜਿਹੜੇ ਮੈਂਬਰ ਉਹਨਾਂ ਦੇ ਹਲਕਿਆਂ ਦੇ ਵਿੱਚ ਪੈਂਦੇ ਨੇ ਜਾਂ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨ ਸੀ ਜਾਂ ਉਹਨਾਂ ਦੇ ਜੋ ਵੀ ਚੇਅਰਪਰਸਨ ਸੀਗੇ, ਉਹਨਾਂ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਜਿਹੜੇ ਮੁੱਦੇ ਨੇ ਕਿਸਾਨੀ ਨਾਲ ਜੁੜੇ ਹੋਏ, ਕਿਸਾਨ ਅੰਦੋਲਨ ਨਾਲ ਜੁੜੇ ਹੋਏ 3 ਜਿਹੜੇ ਖੇਤੀ ਕਾਨੂੰਨ ਨੇ, ਇਹਦੇ ਵਿਰੋਧ ਦੇ ਵਿੱਚ ਕਿਸਾਨਾਂ ਦੀ ਆਵਾਜ਼ ਸੰਸਦ ਦੇ ਵਿੱਚ ਬੁਲੰਦ ਕਰੂੰਗੇ, ਕਿਉਂਕਿ ਕਿਸਾਨ ਮੰਨਦੇ ਕਿ ਸਾਡੀ ਵੋਟ ਦੇ ਨਾਲ ਤੁਸੀਂ ਜਿੱਤੇ ਹੋ, ਸਾਡੀ ਜੇਕਰ ਵੋਟ ਤੁਸੀਂ ਲਈ ਆ ਤਾਂ ਹੁਣ ਵੋਟ ਦਾ ਮੁੱਲ ਮੋੜਨ ਦਾ ਉਹ ਸਮਾਂ ਆ ਗਿਆ। ਇਸ ਕਰਕੇ ਤੁਸੀਂ ਸਾਡੀ ਜਿਹੜੀ ਆਵਾਜ਼ ਆ ਉਹ ਸੰਸਦ ਦੇ ਵਿੱਚ ਜਿਹੜੀ ਗੁੰਜਾਓਗੇ। ਇਸ ਕਰਕੇ ਤੁਸੀਂ ਵੇਖ ਹੀ ਰਹੇ ਹੋਗੇ ਪਿਛਲੇ 2-3 ਦਿਨਾਂ ਤੋਂ ਅੱਜ ਲਗਾਤਾਰ ਤੀਸਰਾ ਦਿਨ ਮਾਨਸੂਨ ਸੈਸ਼ਨ ਦਾ ਚੱਲ ਰਿਹਾ ਹੈ। ਤੁਸੀਂ 3 ਦਿਨਾਂ ਤੋਂ ਹੀ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੀਆਂ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਅਕਾਲੀ ਦਲ ਦੀ ਗੱਲ ਕੀਤੀ ਜਾਈਏ, ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਇਹ ਜਿਹੜੇ ਪੰਜਾਬ ਦੇ ਸੰਸਦ ਵੀ ਆ ਜਾਂ ਇਹ ਪੰਜਾਬ ਦੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਸੀ ਉਹਨਾਂ ਨੂੰ ਬੇਸ ਬਣਾ ਕੇ ਸਿਰਫ ਕਿਸਾਨੀ ਦੀ ਗੱਲ ਹੀ ਸੰਸਦ ਦੇ ਵਿੱਚ ਕਰ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਸੰਸਦ ਦੇ ਬਾਹਰ ਤੁਸੀਂ ਦੇਖਦੇ ਹੋਗੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ, ਪੰਜਾਬ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਭਗਵੰਤ ਮਾਨ ਹੋਣ, ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਆਪਣੇ ਨਾਲ ਸਾਥੀ ਸੰਸਦ ਮੈਂਬਰਾਂ ਨੂੰ ਲੈ ਕੇ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਵਿਖਾਈ ਦੇ ਰਹੇ ਨੇ। ਇਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿਸ ਤਰੀਕੇ ਨਾਲ 3 ਖੇਤੀ ਕਾਨੂੰਨਾਂ ਦੇ ਖਿਲਾਫ ਨਾਰੇ ਲਿਖ ਕੇ ਜਾਂ ਖੇਤੀ ਕਾਲੇ ਕਾਨੂੰਨ ਲਿਖ ਕੇ ਇਹ ਸਰਕਾਰ ਦਾ ਵਿਰੋਧ ਕਰ ਰਹੇ ਨੇ। ਉਸੇ ਤਰੀਕੇ ਨਾਲ ਜੇਕਰ ਅੱਜ ਦੀ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਸਰਕਾਰ ਦੁਆਰਾ ਜਾਂ ਦਿੱਲੀ ਦੀ ਜਿਹੜੀ ਪੁਲਿਸ ਆ ਗਈ ਉਸ ਦੁਆਰਾ ਕਿਸਾਨਾਂ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਪਹਿਲਾਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ, ਪਰ ਕਿਸਾਨ ਆਪਣੀ ਗੱਲ ਤੇ ਅੜੇ ਹੋਏ ਸੀ ਕਿ ਦਿੱਲੀ ਪੁਲਿਸ ਸਾਨੂੰ ਮਨਜ਼ੂਰੀ ਦੇਵੇ ਜਾਂ ਨਾ ਦੇਵੇ ਪਰ ਅਸੀਂ ਆਪਣਾ ਪ੍ਰਦਰਸ਼ਨ ਕਰਾਂਗੇ ਤਾਂ ਉਹ ਜਾਰੀ ਹੀ ਰਹੇਗਾ। ਪਰ ਉਸੇ ਤਰੀਕੇ ਨਾਲ ਹੁਣ ਦਿੱਲੀ ਪੁਲਿਸ ਨੇ ਆਪਣਾ ਇਹਨਾਂ ਨਾਲ ਬਾਰ-ਬਾਰ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ, ਪਰ ਜਦੋਂ ਕੋਈ ਹੱਲ ਨਹੀਂ ਨਿਕਲਿਆ ਅੰਤ ਤੇ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਇਹ ਮਨਜ਼ੂਰੀ ਦੇ ਦਿੱਤੀ ਕਿ ਤੁਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਹੋ। ਉਸ ਤੋਂ ਬਾਅਦ ਜੇਕਰ ਗੱਲ ਅੱਜ ਦੀ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਉਹ 200 ਕਿਸਾਨਾਂ ਦਾ ਜੱਥਾ ਦਿੱਲੀ ਦੇ ਵਿੱਚ ਜਾਵੇਗਾ, ਸੰਸਦ ਦੇ ਬਾਹਰ ਪ੍ਰਦਰਸ਼ਨ ਕਰੇਗਾ, ਜੰਤਰ ਮੰਤਰ ਤੇ ਜਾ ਕੇ ਪ੍ਰਦਰਸ਼ਨ ਕਰੇਗਾ। ਉਸੇ ਤਰੀਕੇ ਨਾਲ ਬਿਲਕੁਲ ਸੇਮ ਤਰੀਕੇ ਨਾਲ ਜਿਸ ਤਰੀਕੇ ਨਾਲ ਕਿਸਾਨਾਂ ਦੀ ਪਲੈਨਿੰਗ ਸੀ, ਦਿੱਲੀ ਪੁਲਿਸ ਨੇ ਉਹਨਾਂ ਨੂੰ ਰੂਟ ਵੀ ਦਿੱਤਾ ਸੀ ਤੇ ਉਹ ਰੂਟ ਦੇ ਮੁਤਾਬਕ ਦਿੱਲੀ ਦੇ ਵਿੱਚ ਕਿਸਾਨਾਂ ਦੀਆਂ ਬੱਸਾਂ ਐਂਟਰ ਹੋਈਆਂ ਨੇ। ਹਾਲਾਂਕਿ ਪੁਲਿਸ ਦੁਆਰਾ ਪਹਿਲਾਂ ਬੱਸਾਂ ਦੀ ਚੈਕਿੰਗ ਕੀਤੀ ਗਈ ਸੀ ਕਿ ਬੱਸਾਂ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਜਿਸ ਤਰੀਕੇ ਨਾਲ ਕੋਈ ਕਾਨੂੰਨੀ ਵਿਵਸਥਾ ਨੂੰ ਢਾਹ ਲੱਗ ਸਕੇ, ਕਿਉਂਕਿ ਜੇਕਰ ਗੱਲ ਕੀਤੀ ਜਾਵੇ 26 ਜਨਵਰੀ
ਤਾਂ ਉਸ ਟਾਈਮ ਤੇ ਜਿਹੜਾ ਜਿਸ ਤਰੀਕੇ ਨਾਲ ਪੰਜਾਬ ਤੋਂ ਜਾਂ ਹਰਿਆਣਾ ਤੋਂ ਟਰੈਕਟਰ ਉੱਥੇ ਗਏ ਸੀਗੇ ਤਾਂ ਉੱਥੇ ਲਾਲ ਕਿਲੇ ਤੇ ਕਿਤੇ ਨਾ ਕਿਤੇ ਹਿੰਸਾ ਥੋੜੀ ਹੋਈ ਸੀ। ਉਸ ਚੀਜ਼ ਨੂੰ ਬੇਸ ਬਣਾ ਕੇ ਦਿੱਲੀ ਪੁਲਿਸ ਨੇ ਕਿਸਾਨਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਸੀ। ਕਿਸਾਨਾਂ ਦਾ 200 ਜੱਥਾ ਜਿਹੜਾ 200 ਕਿਸਾਨਾਂ ਦਾ ਜੱਥਾ ਉੱਥੇ ਗਿਆ ਗਾ, ਉਹਨਾਂ ਦੇ ਬਕਾਇਦਾ ID ਕਾਰਡ ਬਣੇ ਸੀ, ਉਹਨਾਂ ਦੀਆਂ ਲਿਸਟਾਂ ਤਿਆਰ ਹੋਈਆਂ ਸੀ ਵੀ ਕਿਹੜੇ ਕਿਸਾਨ ਜਾ ਰਹੇ ਨੇਗੇ। ਉਸ ਤੋਂ ਬਾਅਦ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦੇ ਨਾਲ ਕਿਸਾਨਾਂ ਦਾ ਵਿਵਾਦ ਵੀ ਹੋਇਆ, ਕਿਉਂਕਿ ਜਿਹੜਾ ਕਿਸਾਨਾਂ ਨੇ ਇਹ ਆਰੋਪ ਲਗਾਇਆ ਸੀ ਪੁਲਿਸ ਦੇ ਉੱਪਰ ਕਿ ਪੁਲਿਸ ਨੇ ਜਿਹੜਾ ਸਾਨੂੰ ਰੂਟ ਦਿੱਤਾ ਸੀ, ਪੁਲਿਸ ਹੁਣ ਉਸ ਰੂਟ ਨੂੰ ਬਦਲ ਰਹੀ ਆ। ਉਹ ਕਹਿ ਰਹੀ ਹੈ ਕਿ ਕਿਤੇ ਤੁਸੀਂ ਇੱਧਰਲੀ ਕਲੋਨੀ ਵਿੱਚ ਦੀ ਜਿਹੜਾ ਆਪਣਾ ਰੂਟ ਬਣਾਓ ਜਾਂ ਹੋਰ ਕਿਸੇ ਕਲੋਨੀ ਨੂੰ ਦੱਸ ਦਿੱਤਾ ਜਾਂਦਾ। ਤੁਸੀਂ ਵੇਖ ਵੀ ਸਕਦੇ ਹੋ, ਤਸਵੀਰਾਂ ਮੀਡੀਆ ਦੇ ਵਿੱਚ ਪਹਿਲਾਂ ਆਈਆਂ ਸੀ ਵੀ ਕਿਸਾਨਾਂ ਦੀ ਤੇ ਪੁਲਿਸ ਦੇ ਨਾਲ ਕਾਫੀ ਬਹਿਸਬਾਜ਼ੀ ਹੋਈ ਆ। ਪਰ ਹਾਲਾਂਕਿ ਇਹ ਸਾਰੀਆਂ ਮੁਸ਼ਕਲਾਂ ਨੂੰ ਕੱਟਦੇ ਹੋਏ ਕਿਸਾਨ ਹੁਣ ਦਿੱਲੀ ਸੰਸਦ ਦੇ ਵਿੱਚ ਜੰਤਰ ਮੰਤਰ ਦੇ ਬਾਹਰ ਪਹੁੰਚ ਚੁੱਕੇ ਨੇ। ਉੱਥੇ ਉਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਪਰ ਜਿਹੜਾ ਜਿਸ ਤਰੀਕੇ ਦਾ ਸਾਰਾ ਅੱਜ ਦਾ ਘਟਨਾਕ੍ਰਮ ਦੀ ਜੇਕਰ ਗੱਲ ਕੀਤੀ ਜਾਵੇ ਜਾਂ ਬੀਤੇ 1-2 ਦਿਨਾਂ ਤੋਂ ਘਟਨਾਕ੍ਰਮ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਕਿ ਸਰਕਾਰ ਦੇ ਉੱਪਰ ਜਿਹੜਾ ਕਿਸਾਨਾਂ ਦਾ ਦਬਾਅ ਜਾਂ ਕਿਸਾਨਾਂ ਦੇ ਦਾਅ ਪੇਚ ਆ ਉਹਦਾ ਅਸਰ ਵਿਖਾਈ ਦੇ ਰਿਹਾ, ਕਿਉਂਕਿ ਲਗਾਤਾਰ ਜਿਹੜੇ ਪੰਜਾਬ ਦੇ ਸੰਸਦ ਮੈਂਬਰਾਂ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਹੋਰ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਰੀਆਂ ਲਗਾਤਾਰ ਕਿਸਾਨਾਂ ਦੀ ਆਵਾਜ਼ ਉੱਥੇ ਬੁਲੰਦ ਕਰ ਰਹੀਆਂ ਨੇਗੀਆਂ ਤੇ ਉਸੇ ਤਰੀਕੇ ਨਾਲ ਕਿਸਾਨ ਵੀ ਜੰਤਰ ਮੰਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦੇ ਵਿੱਚ ਕਾਮਯਾਬ ਹੋਏ ਨੇ। ਜੀ ਕੁਲਦੀਪ, ਜਿਸ ਤਰੀਕੇ ਕਿਸਾਨਾਂ ਦਾ ਪ੍ਰਦਰਸ਼ਨ ਜੋ ਹੈ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ ਤੇ ਹਜੇ ਤੱਕ ਕੋਈ ਕਿਸਾਨਾਂ ਦੀ ਜਾਂ ਪੁਲਿਸ ਦੀ ਝੜਪ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਪ੍ਰਦਰਸ਼ਨ। ਸੋ ਕੁਲਦੀਪ, ਤਮਾਮ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ ਤੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਚੱਲ ਰਿਹਾ। ਜਿਸ ਤਰੀਕੇ 26 ਜਨਵਰੀ ਨੂੰ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਸੀ, ਸੋ ਇਸ ਤਰੀਕੇ ਅੱਜ ਕਿਸੇ ਵੀ ਪ੍ਰਕਾਰ ਦੀ ਕੋਈ ਹਿੰਸਕ ਘਟਨਾ ਨਹੀਂ ਹੋਈ ਹੈ।